ਹੈਲੋ ਸਟੂਡੈਂਟਸ, ਹਾਊ ਆਰ ਯੂ? ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਤੁਹਾਡੀ ਬਹੁਤ ਅੱਛੀ ਇੰਗਲਿਸ਼ ਦੀ ਬੁੱਕ ਰੇਨਬੋ ਦਾ ਲੈਸਨ ਨੰਬਰ 6। ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਲੈਸਨ ਦਾ ਨਾਮ ਦੱਸਣ ਤੋਂ ਪਹਿਲਾਂ ਕੀ ਕਰਦਾ ਹੁੰਨਾ? ਯੈਸ, ਮੈਂ ਕੁਐਸਚਨਸ ਪੁੱਛਦਾ। ਠੀਕ ਹੈ, ਅੱਜ ਮੇਰੇ ਕੋਲ ਤੁਹਾਡੇ ਲਈ ਹਨ 3 questions. Okay, so my first question is, what are good habits? ਚੰਗੀਆਂ ਆਦਤਾਂ ਕਿਹੜੀਆਂ ਹਨ? ਹੁਣ ਤੁਸੀਂ ਕਿੰਨੀਆਂ ਹੀ ਚੰਗੀਆਂ ਆਦਤਾਂ ਦੱਸ ਸਕਦੇ ਹੋ ਕਿ अर्ली टू बेड अर्ली टू राइज, ਸਵੇਰੇ ਜਲਦੀ ਉੱਠਣਾ, ਰਾਤ ਨੂੰ ਜਲਦੀ ਸੋਣਾ। ਠੀਕ ਹੈ, obey your elders, respect your parents, respect your teachers, speak sweetly। ਕਿੰਨੀਆਂ ਹੀ ਸਾਰੀਆਂ ਹਨ ਜੋ ਕਿ ਗੁੱਡ ਹੈਬਿਟਸ ਗਿਣੀਆਂ ਜਾਂਦੀਆਂ ਹਨ। ਓਕੇ, ਮਾਈ ਨੈਕਸਟ ਕੁਐਸਚਨ, ਡੂ ਯੂ ਵਾਸ਼ ਯੂਰ ਹੈਂਡਸ ਬਿਫੋਰ ਟੇਕਿੰਗ ਮੀਲ? ਕੀ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਂਦੇ ਹੋ? ਮੈਨੂੰ ਪਤਾ ਤੁਹਾਡੇ ਚੋਂ ਬਹੁਤ ਸਾਰੇ ਕਹਿਣਗੇ ਯੈਸ ਸਰ ਵੀ ਡੂ। ਹਾਂ ਸਰ, ਅਸੀਂ ਧੋਂਦੇ ਹਾਂ। ਸੋ ਬਹੁਤ ਵਧੀਆ ਗੱਲ ਹੈ, ਸਾਰਿਆਂ ਨੂੰ ਧੋਣੇ ਚਾਹੀਦੇ ਹਨ। ਮੈਨੂੰ ਇਹ ਵੀ ਪਤਾ ਹੈ ਕਿ ਜਿਹੜੇ ਪਹਿਲਾਂ ਨਹੀਂ ਵੀ ਧੋਂਦੇ ਸੀ, ਹੁਣ ਲੋਕਡਾਊਨ 'ਚ ਸਾਰਿਆਂ ਨੂੰ ਆਦਤ ਪੈ ਗਈ ਹੈਂਡ ਵਾਸ਼ ਕਰਨ ਦੀ, ਜਿਹੜੀ ਕਿ ਬਹੁਤ ਅੱਛੀ ਗੱਲ ਹੈ। ਓਕੇ ਜੀ, ਮੇਰਾ ਥਰਡ ਕੁਐਸਚਨ, ਵਾਟ ਵਿਲ ਹੈਪਨ ਇਫ ਯੂ ਡੋਂਟ ਵਾਸ਼ ਯੂਰ ਹੈਂਡਸ? ਕੀ ਵਾਪਰੇਗਾ ਜੇ ਤੁਸੀਂ ਆਪਣੇ ਹੱਥ ਨਹੀਂ ਧੋਵੋਗੇ? ਓਕੇ, ਸੋ ਇਹਦਾ ਜਵਾਬ ਕਈਆਂ ਨੂੰ ਪਤਾ ਹੋਏਗਾ, ਕਈਆਂ ਨੂੰ ਨਹੀਂ ਪਤਾ ਹੋਏਗਾ। ਤੇ ਤੁਹਾਨੂੰ ਪਤਾ ਇਹਦਾ ਜਵਾਬ ਸਾਡੇ ਲੈਸਨ ਵਿੱਚ ਦਿੱਤਾ ਹੈ। ਤੇ ਅੱਜ ਅਸੀਂ ਲੈਸਨ ਕਰਨ ਜਾ ਰਹੇ ਹਾਂ ਹੈਲਥ ਇਨ ਆਰ ਹੈਂਡਸ, ਕਿ ਸਿਹਤ ਸਾਡੇ ਹੱਥਾਂ ਵਿੱਚ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਲੈਸਨ ਦੇ ਵਿੱਚ ਆਏ ਕੁਝ ਨਵੇਂ-ਨਵੇਂ ਵਰਡਸ ਸਿੱਖਾਂਗੇ ਤਾਂ ਕਿ ਸਾਨੂੰ ਲੈਸਨ ਪੜ੍ਹਨ ਵਿੱਚ ਕੋਈ ਦਿੱਕਤ ਨਾ ਆਏ। ਸੋ ਸਭ ਤੋਂ ਪਹਿਲਾਂ ਕੀ ਹੈ? ਏਕ, ਦਰਦ। ਕਿਸ ਤਰ੍ਹਾਂ? ਆਈ ਹੈਵ ਟੂਥਏਕ, ਮੇਰੇ ਦੰਦ ਵਿੱਚ ਦਰਦ ਹੈ। forget, ਭੁੱਲ ਜਾਣਾ। I always forget to do my homework, ਮੈਂ ਹਮੇਸ਼ਾ ਆਪਣਾ ਘਰ ਦਾ ਕੰਮ ਕਰਨਾ ਭੁੱਲ ਜਾਂਦਾ ਹਾਂ ਨਾ, ਪਰ ਇਹ ਨਹੀਂ, ਇਹ ਗੰਦੀ ਆਦਤ ਹੈ। ਓਕੇ, ਯੈਸ। ਅਗਲਾ, wealth, ਧਨ, ਖਜ਼ਾਨਾ, ਪੈਸਾ। This country is full of wealth. Okay, next, advice, ਸਲਾਹ। It is a good advice, ਇਹ ਚੰਗੀ ਸਲਾਹ ਹੈ। stomach, ਪੇਟ। He has pain in his stomach, ਉਸਦੇ ਪੇਟ ਵਿੱਚ ਦਰਦ ਹੈ। germs, ਕੀਟਾਣੂ। This place is full of germs, ਇਹ ਜਗ੍ਹਾ ਤਾਂ ਕੀਟਾਣੂਆਂ ਨਾਲ ਭਰੀ ਹੋਈ ਹੈ। health, take care of your health, ਆਪਣੀ ਹੈਲਥ ਦਾ ਧਿਆਨ ਰੱਖੋ। drain, drain ਹੁੰਦਾ ਨਾਲੀ, ਨਿਕਾਸ। ਓਕੇ, do not throw the waste in the drain, ਕਿ ਸਾਨੂੰ ਜੋ ਵੇਸਟ ਹੈ ਉਹ ਡਰੇਨ ਵਿੱਚ ਨਹੀਂ ਸੁੱਟਣੀ ਚਾਹੀਦੀ। Let's start. It was November 14, 14 ਨਵੰਬਰ ਦਾ ਦਿਨ ਸੀ। ਸਿਮਰਨ was getting ready for her school, ਸਿਮਰਨ ਆਪਣੇ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ। She was very happy, ਉਹ ਬਹੁਤ ਖੁਸ਼ ਸੀ। She had to participate in the Children's Day celebration in the school, ਉਸਨੇ ਸਕੂਲ ਵਿੱਚ ਚਿਲਡਰਨ ਡੇ ਦੇ ਸਮਾਰੋਹ ਦੇ ਵਿੱਚ ਪਾਰਟਿਸਿਪੇਟ ਕਰਨਾ ਸੀ, ਭਾਗ ਲੈਣਾ ਸੀ। ਓਕੇ, ਸੋ ਇੱਥੇ ਚਿਲਡਰਨਸ ਲਿਖਿਆ। ਠੀਕ ਹੈ, ਅਪੋਸਟ੍ਰੋਫੀ ਐਸ, ਐਨ ਤੋਂ ਬਾਅਦ ਕੀ ਪਾਇਆ? ਅਪੋਸਟ੍ਰੋਫੀ ਐਸ। ਇਹਦਾ ਮਤਲਬ ਹੁੰਦਾ ਚਿਲਡਰਨ ਦੇ ਦਿਨ। ਠੀਕ ਹੈ, ਚਿਲਡਰਨਸ ਡੇ। ਸੋ ਅਪੋਸਟ੍ਰੋਫੀ ਐਸ ਦਾ ਮਤਲਬ ਹੁੰਦਾ ਦਾ ਜਾਂ ਦੇ ਜਾਂ ਦੀ। ਠੀਕ ਹੈ, ਸਡਨਲੀ, ਅਚਾਨਕ। ਸ਼ੀ ਫੈਲਟ ਸਟਮਕ ਏਕ, ਅਚਾਨਕ ਉਸ ਨੂੰ ਪੇਟ ਵਿੱਚ ਦਰਦ ਮਹਿਸੂਸ ਹੋਇਆ। ਇਟ ਵਾਸ ਸਵੀਅਰ, ਸਵੀਅਰ ਹੁੰਦਾ ਬਹੁਤ ਜ਼ਿਆਦਾ। ਓਕੇ, ਬਹੁਤ ਬੁਰਾ ਦਰਦ, ਇਹ ਬਹੁਤ ਬੁਰਾ ਦਰਦ ਸੀ। ਸਿਮਰਨਸ ਮਦਰ ਟੁਕ ਹਰ ਟੂ ਦ ਡਾਕਟਰ, ਸਿਮਰਨ ਦੇ ਮੰਮੀ ਉਸ ਨੂੰ ਡਾਕਟਰ ਕੋਲ ਲੈ ਗਏ। ਡਿਡ ਯੂ ਈਟ ਆਊਟਸਾਈਡ ਲਾਸਟ ਨਾਈਟ? ਆਸਕਡ ਦ ਡਾਕਟਰ, ਡਾਕਟਰ ਨੇ ਪੁੱਛਿਆ ਕਿ ਤੂੰ ਪਿਛਲੀ ਰਾਤ ਕੁਝ ਬਾਹਰੋਂ ਖਾਧਾ ਸੀ? ਨੋ, ਸੈਡ ਸਿਮਰਨ, ਸਿਮਰਨ ਨੇ ਕਿਹਾ ਨਹੀਂ। I came back after playing football with my friends, had dinner and went to bed, ਮੈਂ ਆਪਣੇ ਫਰੈਂਡਸ ਦੇ ਨਾਲ ਫੁੱਟਬਾਲ ਖੇਡ ਕੇ ਆਈ, ਉਸ ਤੋਂ ਬਾਅਦ ਮੈਂ ਰਾਤ ਦਾ ਖਾਣਾ ਖਾਧਾ ਤੇ ਫਿਰ ਮੈਂ ਸੌ ਗਈ। You didn't wash your hands before eating, did you?
ਤੂੰ ਖਾਣੇ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸੀ। ਕੀ ਤੂੰ ਧੋਤੇ ਸੀ? ਹੁਣ ਠੀਕ ਹੈ, ਜਿੱਥੇ ਡਿਡ ਯੂ ਲਿਖਿਆ ਹੋਵੇ ਇਹਦਾ ਮਤਲਬ ਉਹ ਕਨਫਰਮ ਕਰ ਰਿਹਾ ਕਿ ਤੂੰ ਵੈਸੇ ਤਾਂ ਨਹੀਂ ਧੋਤੇ, ਪਰ ਸੱਚੀ ਸੱਚੀ ਦੱਸ ਤੂੰ ਧੋਤੇ ਸੀ। ਠੀਕ, ਫਿਰ ਕੀ ਲਿਖੀਦਾ? ਡਿਡ ਯੂ। ਦ ਡਾਕਟਰ ਸੈਡ, ਡਾਕਟਰ ਨੇ ਕਿਹਾ। ਸਿਮਰਨ ਆਨਸਰਡ, ਸਿਮਰਨ ਨੇ ਕੀ ਜਵਾਬ ਦਿੱਤਾ? ਨੋ, ਦ ਡਾਕਟਰ ਫਾਊਂਡ ਦ ਰੀਜ਼ਨ ਫॉर ਹਰ ਸਟਮਕ ਏਕ, ਤੇ ਡਾਕਟਰ ਨੂੰ ਉਸ ਦੇ ਪੇਟ ਦੇ ਦਰਦ ਦਾ ਰੀਜ਼ਨ ਮਿਲ ਗਿਆ, ਕਾਰਨ ਮਿਲ ਗਿਆ। ਕੀ ਕਾਰਨ ਸੀ? ਕਿ ਉਹਨੇ ਬਿਨਾ ਹੱਥ ਧੋਤੇ ਖਾਣਾ ਖਾ ਲਿਆ ਸੀ ਤੇ ਹੱਥ 'ਚ ਉਹਦੇ ਕੀ ਲੱਗੇ ਹੋਏ ਸੀ? ਜਰਮਸ। ਚਲੋ ਆਪਾਂ ਦੇਖਦੇ ਹਾਂ ਡਾਕਟਰ ਕੀ ਕਹਿੰਦੇ ਆ। ਸ਼ੀ ਹੈਡ ਈਟਨ ਵਿਦ ਡਰਟੀ ਹੈਂਡਸ, ਉਸਨੇ ਗੰਦੇ ਹੱਥਾਂ ਦੇ ਨਾਲ ਖਾਣਾ ਖਾ ਲਿਆ। ਸ਼ੀ ਹੈਡ ਨੋਟ ਵਾਸ਼ਡ them with soap, ਉਸਨੇ ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਨਹੀਂ ਧੋਤਾ। the germs had moved into her body through her hands, ਤੇ ਜਿਹੜੇ ਕੀਟਾਣੂ ਸੀ ਉਹ ਉਹਦੀ ਬੋਡੀ ਦੇ ਵਿੱਚ ਉਹਦੇ ਹੱਥਾਂ ਦੇ ਨਾਲ ਅੰਦਰ ਚਲੇ ਗਏ। he said never forget that health is wealth, ਕਦੀ ਨਾ ਭੁੱਲੋ ਕਿ ਸਿਹਤ ਹੀ ਧਨ ਹੈ। and good health lies in your neat and clean hands, ਤੇ ਚੰਗੀ ਸਿਹਤ ਤੁਹਾਡੇ ਸਾਫ਼ ਸੁਥਰੇ ਹੱਥਾਂ ਵਿੱਚ ਨਿਵਾਸ ਕਰਦੀ ਹੈ। ਲਾਈਜ਼ ਹੁੰਦਾ ਨਿਵਾਸ ਕਰਦੀ ਹੈ। ਸਿਮਰਨ was sad, ਸਿਮਰਨ ਹੁਣ ਉਦਾਸ ਸੀ। and she missed the school function, ਤੇ ਉਸਨੇ ਆਪਣੇ ਸਕੂਲ ਦਾ ਫੰਕਸ਼ਨ ਵੀ ਮਿਸ ਕਰ ਦਿੱਤਾ, ਉਹਦੇ ਕੋਲ ਅਟੈਂਡ ਹੀ ਨਹੀਂ ਕੀਤਾ ਗਿਆ ਕਿਉਂਕਿ ਬਿਮਾਰ ਸੀ। but she was also happy, ਪਰ ਉਹ ਖੁਸ਼ ਵੀ ਸੀ that she had learned how to stay healthy, ਕਿ ਉਹ ਹੁਣ ਸਿੱਖ ਚੁੱਕੀ ਸੀ ਕਿ ਕਿਸ ਤਰ੍ਹਾਂ ਸਿਹਤਮੰਦ ਰਹੀਦਾ, ਤੰਦਰੁਸਤ ਰਹੀਦਾ। ਹੈਲਦੀ ਕੀ ਹੁੰਦਾ? ਸਿਹਤਮੰਦ, ਤੇ stay ਯਾਨੀ ਰਹਿਣਾ। The next day, ਅਗਲੇ ਦਿਨ, when Simran went to school, ਜਦੋਂ ਸਿਮਰਨ ਸਕੂਲ ਗਈ, she told her teacher, ਉਸਨੇ ਆਪਣੇ ਟੀਚਰ ਨੂੰ ਵੀ ਦੱਸਿਆ that she was sick, ਕਿ ਉਹ ਬਿਮਾਰ ਸੀ, so she could not attend the children's day celebration, ਇਸ ਕਰਕੇ ਉਹ children's day ਦੀ celebration attend ਨਹੀਂ ਕਰ ਪਾਈ। Also, she discussed the doctor's advice with the teacher, ਤੇ ਉਸਨੇ ਡਾਕਟਰ ਦੀ ਸਲਾਹ ਵੀ ਟੀਚਰ ਦੇ ਨਾਲ ਡਿਸਕਸ ਕੀਤੀ, ਭਾਵ ਉਹਨਾਂ ਦੇ ਨਾਲ ਵਿਚਾਰੀ। The teacher asked her to share the doctor's advice in the class, ਟੀਚਰ ਨੇ ਸਿਮਰਨ ਨੂੰ ਕਿਹਾ ਕਿ ਉਹ ਕਲਾਸ ਦੇ ਵਿੱਚ ਵੀ ਡਾਕਟਰ ਦੀ ਐਡਵਾਈਸ ਨੂੰ ਸ਼ੇਅਰ ਕਰੇ। ਚਲੋ ਦੇਖਦੇ ਹਾਂ ਕਿ ਸਿਮਰਨ ਨੂੰ ਕਿਹੋ ਜਿਹਾ ਲੱਗਦਾ ਜਦੋਂ ਟੀਚਰ ਇਦਾਂ ਕਹਿੰਦੇ ਆ। ਸਿਮਰਨ was happy to share, ਸਿਮਰਨ ਖੁਸ਼ ਸੀ ਕਿ ਉਸਨੇ ਡਾਕਟਰ ਦੀ ਐਡਵਾਈਸ ਨੂੰ ਸ਼ੇਅਰ ਕਰਨਾ ਸੀ। she said, ਉਸਨੇ ਕਿਹਾ we should eat healthy food, ਸਾਨੂੰ ਹੈਲਦੀ ਫੂਡ ਖਾਣਾ ਚਾਹੀਦਾ ਹੈ। ਅਵੋਇਡ ਜੰਕ ਫੂਡ, ਸਾਨੂੰ ਜੰਕ ਫੂਡ ਨੂੰ ਅਵੋਇਡ ਕਰਨਾ ਚਾਹੀਦਾ ਹੈ, ਭਾਵ ਜਿਹੜੇ ਫੂਡ ਦੀ ਨਿਊਟ੍ਰੀਸ਼ਨਲ ਵੈਲਿਊ ਨਾ ਹੋਵੇ, ਜਿਹਦੇ ਵਿੱਚ ਪੋਸ਼ਕ ਤੱਤ ਨਾ ਹੋਣ, ਜਿਹਦੇ ਨਾਲ ਸਾਡੀ ਸਿਹਤ ਨੂੰ ਨੁਕਸਾਨ ਪਹੁੰਚੇ, ਸਾਨੂੰ ਉਹ ਵਾਲਾ ਫੂਡ ਅਵੋਇਡ ਕਰਨਾ ਚਾਹੀਦਾ ਹੈ, ਯਾਨੀ ਉਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਂਡ ਡਰਿੰਕ ਲੋਟਸ ਆਫ ਵਾਟਰ, ਤੇ ਸਾਨੂੰ ਬਹੁਤ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਵੀ ਮਸਟ ਵਾਸ਼ ਆਵਰ ਹੈਂਡਸ with soap from the front and back side and between the fingers before eating, after coughing, playing, touching pets, using toilets and visiting a hospital, ਸਾਨੂੰ ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਅੱਗਿਓਂ ਅਤੇ ਪਿੱਛੋਂ ਅਤੇ ਉਂਗਲਾਂ ਦੇ ਵਿਚਕਾਰੋਂ, ਖਾਣਾ ਖਾਣ ਤੋਂ ਪਹਿਲਾਂ, ਖੰਘ ਕਰਨ ਤੋਂ ਬਾਅਦ, ਖੇਡਣ ਤੋਂ ਬਾਅਦ, ਪਾਲਤੂ ਜਾਨਵਰਾਂ ਨੂੰ ਹੱਥ ਲਾਉਣ ਤੋਂ ਬਾਅਦ, ਟਾਇਲਟਸ ਯੂਜ਼ ਕਰਨ ਤੋਂ ਬਾਅਦ, ਤੇ ਕਿਸੇ ਹਸਪੀਟਲ ਦੇ ਵਿੱਚੋਂ ਵਾਪਸ ਆਉਣ ਵੇਲੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਸਿਮਰਨ, you have learned a lesson now, said the teacher. So teacher ਨੇ ਕਿਹਾ ਕਿ ਹੁਣ ਤੂੰ ਇਹ ਪਾਠ ਸਿੱਖ ਚੁੱਕੀ ਹੈ। Students, we should keep our hands neat and clean as our health is in our hands. ਕਿ students, ਸਾਨੂੰ ਹੁਣ ਆਪਣੇ ਹੱਥਾਂ ਨੂੰ ਸਾਫ਼ ਸੁਥਰੇ ਰੱਖਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੀ ਹੈ। The germs cannot be seen with the naked eye. ਕੀਟਾਣੂ ਅਸੀਂ ਆਪਣੀ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ, but they are there, ਪਰ ਉਹ ਉੱਥੇ ਹੀ ਹੁੰਦੇ ਹਨ। The germs are very dangerous. ਇਹ ਕੀਟਾਣੂ ਬੜੇ ਖਤਰਨਾਕ ਹੁੰਦੇ ਹਨ। But when we wash our hands with soap,
ਪਰ ਜਦੋਂ ਅਸੀਂ ਆਪਣੇ ਹੱਥਾਂ ਨੂੰ ਸਾਬਣ ਦੇ ਨਾਲ ਧੋ ਲੈਂਦੇ ਹਾਂ the germs go down the drain ਤਾਂ germs ਵੀ ਉਸ ਸਾਬਣ ਵਾਲੇ ਪਾਣੀ ਦੇ ਨਾਲ ਹੀ ਨਾਲੀ ਵਿੱਚ ਚਲੇ ਜਾਂਦੇ ਹਨ if you want to be healthy ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ always wash your hands before eating ਤਾਂ ਹਮੇਸ਼ਾ ਖਾਣ ਤੋਂ ਪਹਿਲਾਂ ਆਪਣੇ ਹੱਥ ਜ਼ਰੂਰ ਧੋਵੋ ਸੋ ਸਟੂਡੈਂਟਸ what have you learned today ਸੋ ਵਿਦਿਆਰਥੀਓ ਤੁਸੀਂ ਅੱਜ ਕੀ ਸਿੱਖਿਆ all the students shouted ਸਾਰੇ ਸਟੂਡੈਂਟਸ ਨੇ ਰੌਲਾ ਪਾਤਾ our health is in our hands ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੀ ਹੈ ਵੈਰੀ ਗੁੱਡ ਮੈਨੂੰ ਤਾਂ ਬਹੁਤ ਮਜ਼ਾ ਆਇਆ ਲੈਸਨ ਪੜ੍ਹ ਕੇ ਤੇ ਦੇਖੋ ਕਿੰਨੇ ਅੱਛੇ ਤਰੀਕੇ ਨਾਲ ਉਹਨਾਂ ਨੇ ਇੱਕ ਸਿੰਪਲ ਜੀ ਗੱਲ ਸਾਨੂੰ ਦੱਸੀ ਹੈ ਠੀਕ ਹੈ ਸੋ ਸਾਰੇ ਬੱਚਿਆਂ ਨੇ ਇਸ ਗੱਲ ਦਾ ਪਾਲਣ ਜ਼ਰੂਰ ਕਰਨਾ ਹੈ ਤੇ ਮੈਨੂੰ ਪਤਾ ਤੁਸੀਂ ਥੋੜੀ ਦੇਰ ਬਾਅਦ ਭੁੱਲ ਜਾਓਗੇ ਇਹਨੂੰ ਆਪਾਂ ਜ਼ਿਆਦਾ ਦੇਰ ਤੱਕ ਯਾਦ ਪਤਾ ਕਿੱਦਾਂ ਰੱਖ ਸਕਦੇ ਹਾਂ ਜੇ ਨਾਲ ਅਸੀਂ ਇਹਦੀ ਐਕਸਰਸਾਈਜ਼ ਵੀ ਕਰ ਦਈਏ ਓਕੇ ਚਲੋ ਮੇਰਾ ਪਹਿਲਾ ਕੁਐਸਚਨ ਉਹਦਾ ਜਵਾਬ ਦਿਓ which day is celebrated as children's day ਕਿਹੜਾ ਦਿਨ ਹੈ ਜਿਹੜਾ children's day ਵਜੋਂ ਸੈਲੀਬ੍ਰੇਟ ਹੁੰਦਾ ਹੈ yes November 14 ਸੋ ਪੂਰਾ ਜਵਾਬ ਕਿੱਦਾਂ ਲਿਖੋਗੇ November 14 is celebrated as children's day second why did the mother take Simran to the doctor ਮੰਮੀ ਸਿਮਰਨ ਨੂੰ ਡਾਕਟਰ ਕੋਲ ਕਿਉਂ ਲੈ ਕੇ ਗਏ ਸੋ ਤੁਸੀਂ ਇੱਥੇ ਲਿਖ ਸਕਦੇ ਹੋ because ਸਿਮਰਨ felt stomach ache ਕਿ ਸਿਮਰਨ ਨੂੰ ਪੇਟ ਦਰਦ ਮਹਿਸੂਸ ਹੋਇਆ ਇਸ ਕਰਕੇ ਉਹਦੇ ਮੰਮੀ ਉਹਨੂੰ ਡਾਕਟਰ ਕੋਲ ਲੈ ਗਏ third do you wash your hands before eating ਕੀ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਂਦੇ ਹੋ ਕੀ ਲਿਖੋਗੇ no ਹਨਾ ਇਹ ਤਾਂ ਫਿਰ ਗਲਤ ਹੋ ਜਾਏਗਾ ਆਪਾਂ ਲਿਖਾਂਗੇ yes I wash my hands before eating ਠੀਕ ਹੈ ਉਹਨੇ ਤੁਹਾਡੇ ਕੋਲ ਪੁੱਛਿਆ ਨਾ ਤੇ ਜਦੋਂ ਤੁਸੀਂ ਜਵਾਬ ਦੋਗੇ ਕੀ ਕਹੋਗੇ ਹਾਂਜੀ ਮੈਂ ਆਪਣੇ ਹੱਥ ਸੋ ਮੈਂ ਤੇ ਆਪਣੇ ਉਹਦੀ ਇੰਗਲਿਸ਼ ਕੀ ਹੋਏਗੀ I my ਠੀਕ ਹੈ yes I wash my hands before eating fourth what have you learned from the story ਤੁਸੀਂ ਇਸ ਸਟੋਰੀ ਤੋਂ ਕੀ ਸਿੱਖਿਆ ਉਹੀ ਕੁਝ ਸਿੱਖਿਆ ਜੋ ਸਾਰੇ ਬੱਚਿਆਂ ਨੇ ਸਿੱਖਿਆ our health is in our hands ਸਾਡੀ ਸਿਹਤ ਸਾਡੇ ਹੱਥਾਂ ਵਿੱਚ ਹੈ ਓਕੇ ਜੀ B part fill in the blanks ਸੋ ਸਾਨੂੰ words ਦੇ ਦਿੱਤੇ ਗਏ ਹਨ soap ਸਾਬਣ clean ਸਾਫ਼ ਰੱਖਣਾ hands ਹੱਥ health ਸਿਹਤ germs ਕੀਟਾਣੂ ਸੋ ਇਹਨਾਂ ਨੂੰ ਆਪਾਂ ਨੀਚੇ ਭਰਦੇ ਹਾਂ ਫਸਟ ਸੋ ਆਓ ਸ਼ੁਰੂ ਕਰੀਏ we should keep our hands neat and clean the germs cannot be seen with the naked eye the germs are very tiny ਹੁੰਦਾ ਛੋਟੇ when we wash our hands with soap the germs go down the drain health lies in your hands okay ਆ ਜਾਓ ਜੀ ਅੱਗੇ ਮੇਕ ਸੈਂਟੈਂਸਿਸ ਹੁਣ ਆਪਾਂ ਸੈਂਟੈਂਸਿਸ ਬਣਾਉਂਦੇ ਹਾਂ ਵਾਸ਼ ਸਿੰਪਲ ਸੈਂਟੈਂਸ ਕੀ ਹੋਏਗਾ ਵਾਸ਼ ਯੂਰ ਹੈਂਡਸ ਓਕੇ ਸਕੂਲ ਆਈ ਗੋ ਟੂ ਸਕੂਲ ਮੈਂ ਸਕੂਲ ਜਾਂਦਾ ਹਾਂ ਜਾਂਦੀ ਹਾਂ ਠੀਕ ਟੀਚਰ ਮਾਈ ਟੀਚਰ ਇਜ਼ ਵੰਡਰਫੁਲ okay drink more water zyada pani piyo next D one who helps in need jo sadi load vich madad kare ਉਹਨੂੰ ਆਪਾਂ ਕਹਾਂਗੇ friend one who treats the sick ਜਿਹੜਾ ਬਿਮਾਰ ਦਾ ਇਲਾਜ ਕਰੇ doctor one who teaches teacher one who sells medicines chemist next vocabulary learn these words and write in your notebook so ਇਹ ਵਾਲੇ ਅਸੀਂ ਸ਼ਬਦ ਸਿੱਖਣੇ ਹਨ ਇਹਨਾਂ ਨੂੰ ਅਸੀਂ ਆਪਣੀ ਨੋਟਬੁੱਕਸ ਵਿੱਚ ਵੀ ਲਿਖਣਾ ਹੈ ਸੋ ਇਹ ਸ਼ਬਦ ਕਿਹੜੇ ਹਨ ਦੇਖੋ ਸਾਰਿਆਂ ਦੇ ਮਗਰ TION ਲੱਗਿਆ ਸੋ ਇਹਨੂੰ ਆਪਾਂ ਬੋਲਾਂਗੇ ਸ਼ਨ ਓਕੇ ਕੀ ਬੋਲਾਂਗੇ ਯੈਸ ਸ਼ਨ ਚਲੋ ਆਪਾਂ ਸ਼ੁਰੂ ਕਰਦੇ ਹਾਂ ਐਕਸ਼ਨ ਕੀ ਬਣਿਆ ਐਕਸ਼ਨ ਕੁਐਸਚਨ ਕੁਐਸਚਨ ਨੇਸ਼ਨ ਚਲੋ ਹੁਣ ਮੈਂ ਸਾਰੇ ਇਕੱਠੇ ਬੋਲਦਾ ਫੋਰਥ ਕੀ ਹੈ ਐਡੀਸ਼ਨ position station motion condition invitation vacation dictation next make words using letters from the given words ਹੁਣ ਆਪਾਂ ਨਵੇਂ words ਬਣਾਉਣੇ ਹਨ ਜਿਹੜਾ word ਇੱਕ ਸਾਨੂੰ ਦਿੱਤਾ ਜਿੱਦਾਂ ਸਭ ਤੋਂ ਪਹਿਲਾਂ ਕੀ ਦਿੱਤਾ health ਦੇ ਵਿੱਚੋਂ ਹੀ ਅਸੀਂ ਕੁਝ letters ਬਾਹਰ ਕੱਢਣੇ ਹਨ ਤੇ ਇਹਦੇ ਵਿੱਚੋਂ ਹੀ ਅਸੀਂ words ਬਣਾਉਣੇ ਹਨ ਜਿੱਦਾਂ EAT health ਵਿੱਚੋਂ ਕੱਢਿਆ ਨਾ ਕੀ ਬਣ ਗਿਆ eat ਇਸੇ ਤਰ੍ਹਾਂ health ਵਿੱਚੋਂ THE ਕੱਢਿਆ ਦ ਬਣ ਗਿਆ ਇਸੇ ਤਰ੍ਹਾਂ health ਦੇ ਵਿੱਚੋਂ ਹੀ HEAL heal ਹੁੰਦਾ ਕਿਸੇ ਦਾ ਇਲਾਜ ਕਰਕੇ ਉਸ ਨੂੰ ਚੰਗਾ ਕਰ ਦੇਣਾ ਠੀਕ ਹੈ ਉਹਨੂੰ ਕਹਿੰਦੇ heal ਕਰਨਾ ਨੈਕਸਟ ਕੀ ਹੈ ਹੈਂਡ ਸੋ ਹੁਣ ਆਪਾਂ ਇਹਦੇ ਵਿੱਚੋਂ 3 ਵਰਡਸ ਹੋਰ ਲੱਭਦੇ ਹਾਂ ਸੋ ਇੱਕ ਤਾਂ ਮੈਨੂੰ ਪਤਾ ਚੱਲ ਗਿਆ AN ਠੀਕ ਹੈ ਸੋ ਐਨ ਹੋ ਗਿਆ ਦੂਸਰਾ ਕੀ ਹੋ ਗਿਆ ਐਂਡ ਠੀਕ ਹੈ AND ਐਂਡ
तीसरा HAD had, okay, so third wash, wash ਦੇ ਵਿੱਚੋਂ AS ਕੀ ਬਣਿਆ as, ਤੇ ਜੇ ASH ਐਸ਼ ਕਰ ਦਈਏ, ਐਸ਼ ਦਾ ਮਤਲਬ ਹੁੰਦਾ ਸਵਾਹ ਰਾਖ, ਠੀਕ ਹੈ। ਸੋ ਇਹ ਕੀ ਹੋ ਗਿਆ ਐਸ਼, ਤੇ ਇਹਦੇ ਚੋਂ ਇੱਕ ਹੋਰ ਵਰਡ ਕੱਢ ਦਿੰਦੇ ਆ HAS, has ਹੁੰਦਾ ਕੋਲ, ਓਕੇ। ਸੋ ਨੈਕਸਟ ਵਰਡ ਕੀ ਹੈ ਟਾਇਲਟ, ਸੋ OIL oil, ਠੀਕ ਹੈ। LET let, ਤੇ ਥਰਡ ਵਰਡ ਕਿਹੜਾ ਹੋਏਗਾ IT it, ਓਕੇ। ਨੈਕਸਟ hospital, ਸੋ ਫਰਸਟ ਵਰਡ ਹੋ ਗਿਆ at AT, ਓਕੇ। ਸੈਕੰਡ ਕੀ ਹੋ ਗਿਆ IT it, ਤੇ ਥਰਡ ਕਿਹੜਾ ਹੋ ਗਿਆ HOT hot। ਨੈਕਸਟ ਐਕਟੀਵਿਟੀ ਲੈਂਗੁਏਜ ਕਾਰਨਰ, ਲੁੱਕ ਐਟ ਦ ਫੋਲੋਇੰਗ ਪਿਕਚਰਸ, ਹੇਠਲੀਆਂ ਤਸਵੀਰਾਂ ਦੇਖੋ। ਚਲੋ ਤਸਵੀਰਾਂ ਵੀ ਦੇਖਦੇ ਹਾਂ ਤੇ ਨਾਲ ਉਹਨਾਂ ਦੇ ਜੋ ਲਿਖਿਆ ਅਸੀਂ ਪੜ੍ਹਦੇ ਵੀ ਹਾਂ। ਸਭ ਤੋਂ ਪਹਿਲਾਂ ਕੀ ਲਿਖਿਆ ਅ ਬਿਊਟੀਫੁਲ ਗਰਲ, ਹੁਣ ਦੇਖੋ ਬਿਊਟੀਫੁਲ ਪਿੰਕ ਵਿੱਚ ਲਿਖਿਆ, ਇਹਦਾ ਮਤਲਬ ਇਹ ਕੁਝ ਦੱਸਣਾ ਚਾਹੁੰਦੇ ਨੇ ਕਿ ਬਿਊਟੀਫੁਲ ਕੀ ਹੈ, ਓਕੇ। ਫਿਰ ਦੁਬਾਰਾ ਪੜ੍ਹੀਏ a beautiful girl, an angry lion, a colorful umbrella, a white cow, a big pumpkin, two pigeons, okay। so ਇਹਨਾਂ ਨੇ ਕੀ ਲਿਖਿਆ, the highlighted words are called adjectives, ਇਹ ਸਾਰੇ ਕੀ ਨੇ adjectives। adjectives ਦਾ ਮਤਲਬ ਹੁੰਦਾ ਵਿਸ਼ੇਸ਼ਣ, ਜਦੋਂ ਅਸੀਂ ਕਿਸੇ ਦੀ ਕੋਈ ਵਿਸ਼ੇਸ਼ ਗੱਲ ਦਸੀਏ ਵੀ ਇਹ ਲੜਕੀ ਤਾਂ ਹੈ ਪਰ ਲੜਕੀ ਕੀ ਹੈ ਸੁੰਦਰ ਹੈ, ਇਹ ਸ਼ੇਰ ਤਾਂ ਹੈ ਪਰ ਸ਼ੇਰ ਕੀ ਹੈ ਐਂਗਰੀ ਹੈ, ਇਹ ਅੰਬ੍ਰੇਲਾ ਤਾਂ ਹੈ ਪਰ ਅੰਬ੍ਰੇਲਾ ਕੀ ਹੈ ਕਲਰਫੁਲ, ਇਹ ਕਾਓ ਤਾਂ ਹੈ ਪਰ ਕਾਓ ਦੀ ਵਿਸ਼ੇਸ਼ਤਾ ਕੀ ਦੱਸੀ ਵਾਈਟ, ਇਹ ਪੰਪਕਿਨ ਤਾਂ ਹੈ ਪਰ ਪੰਪਕਿਨ ਕੀ ਹੈ ਛੋਟਾ ਨੋ ਵੱਡਾ, ਇਹ ਕਬੂਤਰ ਤਾਂ ਹਨ ਪਰ ਇੱਕ ਨਹੀਂ ਹੈ ਦੋ ਹਨ, ਠੀਕ ਹੈ। ਸੋ ਜਦੋਂ ਕੋਈ ਸ਼ਬਦ ਕਿਸੇ ਹੋਰ ਦੀ ਵਿਸ਼ੇਸ਼ਤਾ ਸਾਨੂੰ ਦੱਸੇ ਆਪਾਂ ਉਹਨਾਂ ਸ਼ਬਦਾਂ ਨੂੰ ਕਹਾਂਗੇ ਇਹ ਉਹਦੇ ਐਡਜੈਕਟਿਵ ਹਨ, ਠੀਕ ਹੈ। ਸੋ ਨੀਚੇ ਦੇਖੋ ਕਿੰਨਾ ਸੋਹਣਾ ਮਾਈਂਡ ਮੈਪਿੰਗ ਦੇ ਥਰੂ ਸਾਨੂੰ ਸਮਝਾਇਆ ਗਿਆ ਹੈ। ਐਡਜੈਕਟਿਵਸ ਟੈਲ ਅਸ, ਕਿ ਜਿਹੜੇ ਵਿਸ਼ੇਸ਼ਣ ਹਨ ਸਾਨੂੰ ਦੱਸਦੇ ਹਨ, ਐਡਜੈਕਟਿਵਸ ਸਾਨੂੰ ਦੱਸਦੇ ਹਨ, ਕੀ ਦੱਸਦੇ ਹਨ, ਸਭ ਤੋਂ ਪਹਿਲਾਂ ਹੈ ਕਲਰ, ਕਿਸੇ ਦਾ ਕਲਰ ਦੱਸਦੇ ਹਨ ਕਿ ਉਹ ਕਿਹੜੇ ਕਲਰ ਦਾ ਹੈ, ਐਡਜੈਕਟਿਵ ਦੱਸਦੇ ਹਨ, ਠੀਕ ਹੈ। ਸੋ ਕਿਸੇ ਦਾ ਟੇਸਟ ਵੀ ਦੱਸਦੇ ਹਨ ਵੀ ਉਹ ਸਵਾਦ ਹੈ, ਮਿੱਠਾ, ਕੌੜਾ, ਪੱਕਾ, ਠੀਕ ਹੈ। ਸਮੈਲ ਵੀ ਦੱਸਦੇ ਹਨ ਵੀ ਉਹ ਚੰਗੀ ਸਮੈਲ ਆ ਰਹੀ ਕਿ ਗੰਦੀ ਸਮੈਲ ਆ ਰਹੀ। ਸ਼ੇਪ, ਉਹ ਸ਼ੇਪ ਵੀ ਦੱਸਦੇ ਹਨ ਕਿ ਇਹ ਗੋਲਾਕਾਰ ਹੈ, ਵਰਗਾਕਾਰ ਹੈ, ਅੰਡਾਕਾਰ ਹੈ, ਆਇਤਾਕਾਰ ਹੈ, ਠੀਕ। ਤੇ ਫਿਰ ਨੰਬਰ ਵੀ ਦੱਸਦੇ ਹਨ, ਜਿੱਦਾਂ ਆਪਾਂ ਪਹਿਲਾਂ ਕੀਤਾ ਸੀ ਵੀ ਇੱਕ ਨੇ ਕਿ ਦੋ ਨੇ, ਠੀਕ ਹੈ। ਸਾਊਂਡਸ ਵੀ ਦੱਸਦੇ ਹਨ ਕਿ ਉਹਦੀ ਆਵਾਜ਼ ਕਿਹੋ ਜਿਹੀ ਆਉਂਦੀ ਹੈ। ਇਹ ਫੀਲਿੰਗਸ ਵੀ ਦੱਸਦੇ ਹਨ ਕਿ ਉਹ ਕਿਹੋ ਜਿਹਾ ਮਹਿਸੂਸ ਕਰਦੇ ਹਨ, ਕੋਈ ਚੰਗਾ ਮਹਿਸੂਸ ਕਰਦਾ ਕਿ ਮਾੜਾ ਮਹਿਸੂਸ ਕਰਦਾ, ਹਨਾ। ਤੇ ਐਡਜੈਕਟਿਵਸ ਟੱਚ ਵੀ ਸ਼ੋ ਕਰਦੇ ਹਨ ਕਿ ਉਹ ਮੁਲਾਇਮ ਹੈ ਕਿ ਖੁਰਦਰਾ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਐਡਜੈਕਟਿਵ ਸਾਨੂੰ ਦੱਸਦੇ ਹਨ, ਓਕੇ। ਜਿੱਦਾਂ ਕਲਰ ਹੈ, ਕਲਰ ਕਿਹੜੇ ਹੈ ਰੈਡ, ਗ੍ਰੀਨ, ਯੈਲੋ, ਵਾਈਟ, ਸੋ ਇਹ ਸਾਰੇ ਐਡਜੈਕਟਿਵ। ਟੇਸਟ sweet, sour, bitter, adjective। smell, strong smell ਆ ਰਹੀ ਹੈ, sweet smell ਆ ਰਹੀ ਹੈ, fresh, ਤਾਜ਼ੀ smell। shape, ਆਕਾਰ ਹੈ ਨਾ, round ਹੈ, triangle ਹੈ ਕਿ flat ਹੈ। number, ਜਿਵੇਂ few, many, two, ਠੀਕ ਹੈ। few ਹੁੰਦੇ ਕੁਝ, many ਹੁੰਦੇ ਬਹੁਤ ਸਾਰੇ, ਤੇ two ਯਾਨੀ ਦੋ, ਹੈ ਨਾ। ਇਹ ਸਾਰੇ ਨੰਬਰਸ ਵੀ ਕੀ ਨੇ adjectives। sounds, ਕਿ ਲਾਊਡ ਆ ਰਹੀ ਹੈ ਕਿ ਸਾਇਲੈਂਟ ਹੈ ਕਿ ਕੁਆਇਟ ਹੈ, ਠੀਕ ਹੈ। ਜੋ ਇਹਨਾਂ ਚੀਜ਼ਾਂ ਬਾਰੇ ਦੱਸੇ ਉਹਨੂੰ ਵੀ ਆਪਾਂ ਐਡਜੈਕਟਿਵ ਕਹਾਂਗੇ। ਜਿਵੇਂ ਕਹਿਣਾ ਹੋਵੇ this speaker is very loud, ਹੁਣ ਸਪੀਕਰ ਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਲਾਊਡ ਹੈ, ਠੀਕ ਹੈ। this speaker is silent, ਇਸ ਸਪੀਕਰ 'ਚ ਤਾਂ ਆਵਾਜ਼ ਹੀ ਨਹੀਂ ਆਉਂਦੀ, ਹੁਣ ਸਪੀਕਰ ਦੀ ਵਿਸ਼ੇਸ਼ਤਾ ਕੀ ਹੋਗੀ ਕਿ ਸਾਇਲੈਂਟ ਹੈ ਤੇ ਕੁਆਇਟ ਹੈ। ਨੈਕਸਟ ਹੈ ਫੀਲਿੰਗਸ, ਜਿਹੜੇ ਸਾਡੀ ਹਾਵ ਭਾਵ ਬਾਰੇ ਦੱਸੇ, ਜਿੱਦਾਂ ਅਸੀਂ ਹੈਪੀ ਹਾਂ ਕਿ ਸੈਡ ਹਾਂ ਕਿ ਐਂਗਰੀ ਹਾਂ, ਓਕੇ। ਸੋ ਟੱਚ, ਸਾਨੂੰ ਟੱਚ ਕਰਕੇ ਪਤਾ ਚੱਲੇ ਕਿ ਇਹ ਚੀਜ਼ ਹਾਰਡ ਹੈ, ਸੌਫਟ ਹੈ ਕਿ ਸਮੂਥ ਹੈ, ਓਕੇ। ਨੈਕਸਟ ਬੀ, ਫਿਲ ਇਨ ਦਾ ਬਲੈਂਕਸ ਵਿਦ ਕਰੈਕਟ ਆਪਸ਼ਨ। ਸੋ ਆਪਣੇ ਕੋਲ ਹੁਣ ਆਪਸ਼ਨਸ ਦਿੱਤੀਆਂ ਹੋਈਆਂ, ਆਪਾਂ ਕਰੈਕਟ ਆਪਸ਼ਨ ਜਿਹੜੀ ਹੈ ਬਲੈਂਕ ਵਿੱਚ ਭਰਨੀ ਹੈ। ਅ ਯੈਲੋ ਮੈਂਗੋ, ਵੈਰੀ ਗੁੱਡ। ਡੈਸ਼ ਹਨੀ, ਸਵੀਟ ਹਨੀ। ਅ ਡੈਸ਼ ਬਾਲ, ਵੈਰੀ ਗੁੱਡ। ਅ ਰਾਉਂਡ ਬਾਲ। ਅ ਡੈਸ਼ ਬॉय, ਅ ਹੈਪੀ ਬॉय। ਡੈਸ਼ ਬੁੱਕਸ, two books, very good। next C, degrees of comparison। ਹੁਣ ਅਸੀਂ ਕੰਪੈਰੀਜ਼ਨ ਕਰਾਂਗੇ ਕਿ ਕੌਣ ਛੋਟਾ, ਕੌਣ ਉਸ ਤੋਂ ਵੱਡਾ, ਕੌਣ ਸਭ ਤੋਂ ਵੱਡਾ, ਹਨਾ। ਕੰਪੈਰੀਜ਼ਨ ਕਰਨਾ, ਠੀਕ ਹੈ, ਉਹਨੂੰ ਕਹਿੰਦੇ ਨੇ ਡਿਗਰੀਜ਼ ਆਫ ਕੰਪੈਰੀਜ਼ਨ। ਜਿਵੇਂ ਦੇਖੋ ਪਹਿਲੀ ਫੋਟੋ 'ਚ ਕੀ ਹੈ ਟੌਲ, ਵੀ ਲੜਕਾ ਲੰਬਾ ਹੈ, ਪਰ ਉਸ ਤੋਂ ਅਗਲਾ ਲੜਕਾ ਉਸ ਤੋਂ ਵੀ ਲੰਬਾ, ਟੌਲਰ। ਤੇ ਜਿਹੜਾ ਰਾਈਟ ਮੋਸਟ ਹੈ ਉਹ ਟੌਲੈਸਟ, ਉਹ ਸਭ ਤੋਂ ਲੰਬਾ, ਹਨਾ। ਸੋ ਟੌਲ, ਟੌਲਰ, ਟੌਲੈਸਟ। ਨੈਕਸਟ ਦੇਖੋ ਪਹਿਲਾਂ ਕੀ ਹੈ ਫੈਟ, ਮੋਟਾ, ਹਨਾ।
ਦੂਜਾ ਉਸ ਤੋਂ ਵੀ ਮੋਟਾ ਫੈਟਰ ਤੇ ਥਰਡ ਕੀ ਹੈ ਫੈਟੈਸਟ ਸਭ ਤੋਂ ਮੋਟਾ ਅਗਲੀ ਪਿਕ ਬਿਗ ਬਿਗਰ ਬਿਗੈਸਟ ਵੱਡਾ ਉਸ ਤੋਂ ਵੱਡਾ ਸਭ ਤੋਂ ਵੱਡਾ ਅੱਗੇ ਦੇਖੋ ਫਾਸਟ ਤੇਜ਼ ਫਾਸਟਰ ਉਸ ਤੋਂ ਤੇਜ਼ ਫਾਸਟੈਸਟ ਸਭ ਤੋਂ ਤੇਜ਼ ਠੀਕ ਸੋ ਆਪਾਂ ਇਹਨਾਂ ਡਿਗਰੀਜ਼ ਨੂੰ ਹੁਣ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਪਹਿਲੀ ਡਿਗਰੀ ਕੀ ਹੋਗੀ ਪੋਜ਼ਿਟਿਵ ਡਿਗਰੀ ਦੂਜੀ ਡਿਗਰੀ ਕੀ ਹੋਗੀ ਕੰਪੈਰੀਟਿਵ ਡਿਗਰੀ ਤੇ ਤੀਸਰੀ ਡਿਗਰੀ ਕਿਹੜੀ ਹੋਗੀ ਸੁਪਰਲੇਟਿਵ ਡਿਗਰੀ ਸੁਪਰਲੇਟਿਵ ਹੁੰਦਾ ਸਭ ਤੋਂ ਵੱਡੀ ਠੀਕ ਚਲੋ ਆਪਾਂ ਸ਼ੁਰੂ ਕਰਦੇ ਹਾਂ ਗੁੱਡ ਬੈਟਰ ਦੀ ਬੈਸਟ ਬੈਡ ਵਰਸ the worst brave braver the bravest tall taller the tallest old older the oldest soft softer the softest small smaller the smallest short shorter the shortest sweet sweeter the sweetest wise wiser the wisest high higher the highest young younger the youngest beautiful more beautiful the most beautiful important more important the most important very good next D fill in the blanks with positive comparative or superlative degree of adjective so ਨੀਚੇ ਇੱਕ ਟੇਬਲ ਦਿੱਤਾ ਹੋਇਆ ਕਿਸੇ ਵਿੱਚ ਪੋਜ਼ਿਟਿਵ ਡਿਗਰੀ ਲਿਖੀ ਹੈ ਕਿਸੇ ਵਿੱਚ ਕੰਪੈਰੀਟਿਵ ਲਿਖੀ ਹੈ ਕਿਸੇ ਵਿੱਚ ਸੁਪਰਲੇਟਿਵ ਲਿਖੀ ਹੈ ਸੋ ਜਿਹੜੇ ਬਲੈਂਕ ਬਾਕਸ ਹੈ ਆਪਾਂ ਉਹ ਭਰਾਂਗੇ ਠੀਕ ਸੋ ਸਭ ਤੋਂ ਪਹਿਲਾਂ ਪਹਿਲੀ ਲਾਈਨ 'ਚ ਕੀ ਲਿਖਿਆ ਸੌਫਟਰ ਸੋ ਪੋਜ਼ਿਟਿਵ ਕੀ ਹੋਏਗਾ ਸੌਫਟ ਸੌਫਟਰ ਸੌਫਟੈਸਟ so second line bad worse worst third line kind kinder kindest fourth line good better best fifth line intelligent more intelligent most intelligent sixth line low lower lowest okay जी next है conversation ਗੱਲਬਾਤ ਪਹਿਲਾਂ ਕੀ ਪੁੱਛਿਆ ਗਿਆ how are you ਆਨਸਰ ਕੀ ਆਇਆ I'm fine thank you ਫਿਰ ਕੁਐਸਚਨ ਕੀ ਆਇਆ ਹੈਵ ਯੂ ਡਨ ਯੋਰ ਵਰਕ ਕੀ ਤੁਸੀਂ ਆਪਣਾ ਕੰਮ ਕਰ ਲਿਆ ਹੈ ਆਨਸਰ ਕੀ ਆਇਆ ਯੈਸ ਆਈ ਹੈਵ ਡਨ ਮਾਈ ਵਰਕ ਹਾਂ ਮੈਂ ਆਪਣਾ ਕੰਮ ਕਰ ਲਿਆ ਹੈ ਚਲੋ ਹੁਣ ਆਪਾਂ ਇੱਕ ਟੰਗ ਟਵਿਸਟਰ ਕਰਦੇ ਹਾਂ ਠੀਕ ਹੈ ਆਈ ਸਕਰੀਮ ਯੂ ਸਕਰੀਮ we all scream for an ice cream ਠੀਕ ਹੈ ਸਕਰੀਮ ਦਾ ਮਤਲਬ ਹੁੰਦਾ ਚੀਕਣਾ ਕਿ ਮੈਂ ਚੀਕਦਾ ਹਾਂ ਤੂੰ ਵੀ ਚੀਕਦਾ ਹੈ ਅਸੀਂ ਸਾਰੇ ਚੀਕਦੇ ਹਾਂ ਕਾਰੇ ਵਾਸਤੇ ਆਈਸਕ੍ਰੀਮ ਲੈਣ ਲਈ ਠੀਕ ਹੈ ਫਿਰ ਦੁਬਾਰਾ ਬੋਲੀਏ ਆਈਸਕ੍ਰੀਮ ਯੂ ਸਕਰੀਮ ਵੀ ਆਲ ਸਕਰੀਮ ਫॉर ਐਨ ਆਈਸਕ੍ਰੀਮ ਸੋ ਇਹਨੂੰ 5 ਵਾਰ ਤੁਸੀਂ ਬੋਲਣ ਦੀ ਕੋਸ਼ਿਸ਼ ਕਰਨੀ ਹੈ ਓਕੇ ਨੈਕਸਟ ਦ ਟੀਚਰ ਵਿਲ ਸਪੀਕ ਦ ਫੋਲੋਇੰਗ ਵਰਡਸ ਇਨ ਵਨ ਗੋ ਹੁਣ ਤੁਹਾਡੇ ਟੀਚਰ ਨੀਚੇ ਲਿਖੇ ਹੋਏ ਵਰਡਸ ਨੂੰ ਇੱਕੋ ਵਾਰੀ ਬੋਲਣਗੇ ਤੇ ਬਾਅਦ ਚ ਪਤਾ ਤੁਹਾਨੂੰ ਕੀ ਕਹਿਣਗੇ ਹਾਂਜੀ ਦੱਸੋ ਤੁਹਾਨੂੰ ਆਹ ਵਾਲੇ ਵਰਡਸ ਕਿੰਨਿਆਂ ਨੂੰ ਯਾਦ ਹੋ ਗਏ ਤੇ ਕਿੰਨੇ ਜਣੇ ਮੇਰੇ ਬੋਲਣ ਤੋਂ ਬਾਅਦ ਕਿੰਨੇ ਵਰਡਸ ਬੋਲ ਸਕਦੇ ਹੋ ਠੀਕ ਹੈ ਜਿੰਨੇ ਵਰਡਸ ਤੁਸੀਂ ਜ਼ਿਆਦਾ ਬੋਲੋਗੇ ਓਨੇ ਹੀ ਤੁਸੀਂ ਜਿੱਤੋਗੇ ਸੋ ਜਿੰਨੇ ਵੱਧ ਤੋਂ ਵੱਧ ਵਰਡਸ ਤੁਸੀਂ ਬੋਲ ਸਕੇ ਓਨੇ ਹੀ ਤੁਹਾਡੇ ਨੰਬਰ ਲੱਗਣਗੇ ਠੀਕ ਹੈ ਸੋ ਦੇਖਦੇ ਹਾਂ ਤੁਹਾਨੂੰ ਕਿੰਨੇ ਯਾਦ ਰਹਿੰਦੇ ਓਕੇ ਸ਼ੁਰੂ ਕਰੀਏ ਸੈਵਲੋਨ ਡੈਟੋਲ ਬੈਂਡੇਜ ਮੈਡੀਸਿਨ ਕਾਟਨ ਇਹ ਤੁਸੀਂ ਗੇਮ ਆਪਸ ਵਿੱਚ ਖੇਡ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਚੈੱਕ ਨਹੀਂ ਕਰ ਸਕਦਾ ਸਰ ਇਹ ਤੁਸੀਂ ਜ਼ਰੂਰ ਆਪਸ ਵਿੱਚ ਖੇਡਣਾ ਠੀਕ ਹੈ ਓਕੇ ਜੀ ਨੈਕਸਟ ਡੂ ਯੂ ਨੋ ਦ ਸਟੈਪਸ ਆਫ ਵਾਸ਼ਿੰਗ ਹੈਂਡਸ ਕੀ ਤੁਹਾਨੂੰ ਪਤਾ ਕਿ ਵਾਸ਼ਿੰਗ ਹੈਂਡਸ ਕਿੱਦਾਂ ਕਰੀਦੇ ਨੇ ਓਕੇ ਹੇਅਰ ਦੇ ਆਰ ਰੀਡ ਐਂਡ ਫੋਲੋ ਓਕੇ ਇੱਥੇ ਲਿਖੇ ਹੋਏ ਹਨ ਤੇ ਇਹਨਾਂ ਨੂੰ ਪੜੋ ਅਤੇ ਇਹਨਾਂ ਦਾ ਪਾਲਣ ਕਰੋ ਫਰਸਟ ਸਟੈਪ ਕੀ ਹੈ ਵੈਟ ਯੂਰ ਹੈਂਡਸ ਆਪਣੇ ਹੱਥ ਗਿੱਲੇ ਕਰੋ ਅਪਲਾਈ ਸੋਪ ਉਸ ਉੱਤੇ ਸੋਪ ਲਗਾਓ ਰਬ ਬਿਟਵੀਨ ਯੂਰ ਫਿੰਗਰਸ ਆਪਣੀਆਂ ਉਂਗਲਾਂ ਦੇ ਵਿਚਕਾਰ ਉਸ ਨੂੰ ਰਬ ਕਰੋ ਰਬ ਯੂਰ ਥੰਬਸ ਐਂਡ ਰਿਸਟ ਆਪਣੇ ਅੰਗੂਠਿਆਂ ਨੂੰ ਅਤੇ ਆਪਣੇ ਗੁੱਟਾਂ ਨੂੰ ਰਬ ਕਰੋ ਰਬ ਯੂਰ ਨੇਲਸ ਔਨ ਦ ਪਾਮ ਆਪਣੇ ਨੋਹਾਂ ਨੂੰ ਆਪਣੀ ਹਥੇਲੀ ਤੇ ਰਬ ਕਰੋ ਰਿੰਸ ਐਂਡ ਡਰਾਈ ਯੂਰ ਹੈਂਡਸ ਆਪਣੇ ਹੱਥਾਂ ਨੂੰ ਧੋਵੋ ਅਤੇ ਉਸ ਨੂੰ ਪੂੰਝੋ ਅਰੇਂਜ ਦ ਪਿਕਚਰਸ ਇਨ ਆਰਡਰ ਉਹ ਨੀਚੇ 6 ਪਿਕਚਰਸ ਦਿੱਤੀਆਂ ਹਨ ਉਹਨਾਂ ਨੂੰ ਆਪਾਂ ਇੱਕ ਆਰਡਰ ਵਿੱਚ ਲਿਖਣਾ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੀ ਆਏਗਾ ਕਿ ਆਪਾਂ ਆਪਣੇ ਹੱਥਾਂ ਨੂੰ ਗਿੱਲਿਆਂ ਕਰਨਾ ਹੈ ਓਕੇ ਤੇ ਦੂਜੀ ਵਾਰ ਕੀ ਕਰਨਾ ਹੈ ਯੈਸ ਡੀ ਠੀਕ ਹੈ ਅਪਲਾਈ ਸੋਪ ਲਗਾਉਣਾ ਹੈ ਤੇ ਉਸ ਤੋਂ ਬਾਅਦ ਫਿੰਗਰਸ ਦੇ ਵਿੱਚ ਉਸ ਨੂੰ ਰਬ ਕਰਨਾ ਹੈ ਠੀਕ ਕੀ ਆ ਜਾਏਗਾ ਈ ਤੇ ਫੋਰਥ ਕੀ ਆਏਗਾ ਬੀ ਠੀਕ ਹੈ ਕਿ ਆਪਣੇ ਗੁੱਟ ਨੂੰ ਸਾਫ਼ ਕਰਨਾ ਹੈ ਤੇ ਫਿਫਥ ਕੀ ਆਏਗਾ ਐਫ ਕਿ ਆਪਣੇ ਨੋਹਾਂ ਨੂੰ ਆਪਣੀ ਹਥੇਲੀ ਤੇ ਸਾਫ਼ ਕਰਨਾ ਹੈ ਤੇ ਲਾਸਟ ਤੇ ਕੀ ਆਏਗਾ ਸੀ ਆਪਣੇ ਹੱਥਾਂ ਨੂੰ ਟਾਵਲ ਦੇ ਨਾਲ ਸਾਫ਼ ਕਰਨਾ ਹੈ ਠੀਕ ਓਕੇ ਜੀ ਨੈਕਸਟ ਹੈ ਗੁੱਡ ਹੈਬਿਟਸ ਦੇਖਦੇ ਹਾਂ ਕਿਹੜੀਆਂ ਗੁੱਡ ਹੈਬਿਟਸ ਲਿਖੀਆਂ rise early in the morning dash your teeth twice a day brush your teeth twice a day third ਕੀ ਹੈ take a bath daily fourth ਕੀ ਹੈ trim your nails properly
5th ਕੀ ਹੈ wash your hands before and after meals 6th ਕੀ ਹੈ always be punctual 7th respect your elders ਜਾਂ ਇੱਥੇ ਲਿਖ ਸਕਦੇ ਹੋ ਕਿ respect your parents 8th ਕੀ ਹੈ speak the truth 9 come to school in time ਸੋ ਜੇ ਤੁਸੀਂ ਔਨ ਟਾਈਮ ਲਿਖੋਗੇ ਔਨ ਟਾਈਮ ਦਾ ਮਤਲਬ ਹੁੰਦਾ ਹੈ ਜੇ ਤੁਹਾਡਾ ਸਕੂਲ 9 ਵਜੇ ਲੱਗਦਾ ਤੇ ਤੁਸੀਂ ਪੂਰੇ 9 ਵਜੇ ਉੱਥੇ ਪਹੁੰਚਦੇ ਹੋ ਤੇ ਆਪਾਂ ਉਹਨੂੰ ਕਹਾਂਗੇ ਕਿ ਇਹ ਔਨ ਟਾਈਮ ਆਇਆ ਹੈ ਪੂਰੇ ਟਾਈਮ ਤੇ ਇਨ ਟਾਈਮ ਦਾ ਮਤਲਬ ਹੈ 5-10 ਮਿੰਟ ਪਹਿਲਾਂ ਪਹੁੰਚ ਜਾਣਾ ਠੀਕ ਹੈ ਸੋ ਟਾਈਮ ਰਹਿੰਦੇ ਹੀ ਪਹੁੰਚ ਜਾਣਾ ਸੋ ਕਮ ਟੂ ਸਕੂਲ ਇਨ ਟਾਈਮ 10th ਕੀ ਹੈ ਡੂ ਯੋਰ ਹੋਮਵਰਕ ਡੇਲੀ ਆਪਣਾ ਘਰ ਦਾ ਕੰਮ ਰੋਜ਼ ਕਰੋ ਵੈਲਿਊ ਆਈ ਲਰਨਡ ਮੈਂ ਹੁਣ ਦੇਖਦਾ ਕੀ ਸਿੱਖਿਆ ਇਸ ਲੈਸਨ ਵਿੱਚੋਂ ਪਿਕ ਐਂਡ ਰਾਈਟ ਨੀਚੇ ਕੁਝ ਵਰਡਸ ਦਿੱਤੇ ਹੋਏ ਨੇ ਆਪਾਂ ਉਹਨਾਂ ਨੂੰ ਪਿਕ ਕਰਨਾ ਤੇ ਲਿਖਣਾ ਹੈ I am always punctual ਠੀਕ ਹੈ I am always truthful I am always careful I am always lovable ਠੀਕ I never ਹੁੰਦਾ ਮੈਂ ਕਦੀ ਵੀ ਨਹੀਂ I never come late I never fight I never tell a lie I never steal मैं कदे चोरी नहीं करता okay जी activity time tell your family and friends about benefits and steps of washing hands ਹੁਣ ਤੁਸੀਂ ਕੀ ਕਰਨਾ ਆਪਣੀ ਫੈਮਿਲੀ ਨੂੰ ਤੇ ਆਪਣੇ ਫਰੈਂਡਸ ਨੂੰ ਹੱਥ ਧੋਣ ਦੇ ਬੈਨੀਫਿਟਸ ਦੱਸਣੇ ਨੇ ਤੇ ਉਹਨਾਂ ਨੂੰ ਸਟੈਪਸ ਵੀ ਦੱਸਣੇ ਨੇ ਕਿ ਕਿੱਦਾਂ ਹੱਥ ਧੋਈਦੇ ਹੈ ਪਹਿਲਾਂ ਕੀ ਕਰੀਦਾ ਬਾਅਦ ਚੋਂ ਕੀ ਕਰੀਦਾ ਫਿਰ ਉਸ ਤੋਂ ਬਾਅਦ ਕੀ ਕਰੀਦਾ ਠੀਕ ਇਸ ਤਰ੍ਹਾਂ ਸਾਰੇ ਸਟੈਪਸ ਤੁਸੀਂ ਜਿਹੜੇ ਹੁਣ ਸਿੱਖਿਆ ਉਹਨਾਂ ਨਾਲ ਸ਼ੇਅਰ ਕਰਨੇ ਤੁਸੀਂ ਚਾਹੋ ਤਾਂ ਇਹ ਵੀਡੀਓ ਵੀ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਉਹਨਾਂ ਨੂੰ ਫਿਰ ਆਪੇ ਪਤਾ ਚੱਲ ਜਾਏਗਾ ਠੀਕ ਔਰ ਆਰਗੇਨਾਈਜ਼ ਅ ਰੈਲੀ ਔਨ ਗਲੋਬਲ ਹੈਂਡ ਵਾਸ਼ ਡੇ ਕਿ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ ਡੇ ਹੁੰਦਾ ਉੱਥੇ ਤੁਸੀਂ ਇੱਕ ਰੈਲੀ ਵੀ ਕੱਢ ਸਕਦੇ ਹੋ ਆਪਣੇ ਸਕੂਲ ਵੱਲੋਂ ਆਪਣੇ ਏਰੀਏ ਵੱਲੋਂ ਤੇ ਸਾਰਿਆਂ ਨੂੰ ਹੈਂਡ ਵਾਸ਼ ਦੀ ਇੰਪੋਰਟੈਂਸ ਬਾਰੇ ਦੱਸ ਸਕਦੇ ਹੋ ਓਕੇ ਸੋ ਇਹ ਤੁਹਾਡੀ ਐਕਟੀਵਿਟੀ ਹੋਏਗੀ ਲਾਸਟ think over it ਇਸ ਬਾਰੇ ਸੋਚੋ global hand washing day GHD is a campaign ਕੀ ਹੁੰਦਾ ਹੈ ਮੁਹਿੰਮ to motivate and mobilize people around the world ਕਿ ਇਹ ਮੁਹਿੰਮ ਕਾਹਦੇ ਵਾਸਤੇ ਹੈ ਲੋਕਾਂ ਨੂੰ ਮੋਟੀਵੇਟ ਕਰਨ ਲਈ ਉਤਸ਼ਾਹਿਤ ਕਰਨ ਲਈ ਤੇ ਦੁਨੀਆ 'ਚ ਅਲੱਗ-ਅਲੱਗ ਜਗ੍ਹਾ 'ਚ ਰਹਿੰਦੇ ਲੋਕਾਂ ਨੂੰ ਗਤੀਸ਼ੀਲ ਕਰਨ ਲਈ ਇਹ ਮੁਹਿੰਮ ਹੈ to improve their hand washing habits ਤਾਂ ਕਿ ਉਹ ਆਪਣੇ ਹੱਥ ਧੋਣ ਦੀ ਹੈਬਿਟਸ ਨੂੰ improve ਕਰ ਸਕਣ so global hand washing day falls on October 15 global hand washing day 15 ਅਕਤੂਬਰ ਨੂੰ ਆਂਦਾ ਹੈ ਥੈਂਕ ਯੂ ਵੈਰੀ ਮਚ ਮਿਲਦੇ ਹਾਂ ਅਗਲੀ ਵੀਡੀਓ ਵਿੱਚ